ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਕੱਲ 28 ਤਰੀਕ ਵਾਲੇ ਦਿਨ ਸਾਕਾ ਪੰਜਾ ਸਾਹਿਬ ਵਾਪਰਿਆ ਸੀ 1922 ਈਸਵੀ ਵਿੱਚ। ਇਹਦੇ ਬਾਰੇ ਸੰਖੇਪ ਜਿਹੀ ਗੱਲ ਕਰਕੇ ਫਿਰ ਆਪਾਂ ਅੱਜ ਦੇ ਵਿਸ਼ੇ ਵੱਲ ਆਵਾਂਗੇ। ਇਹ ਸਾਕਾ ਵਾਪਰਨ ਦਾ ਜੋ ਕਾਰਨ ਹੈ, ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਹੋਇਆ ਸੀ, ਜਿਸ ਵਿੱਚ ਬਹੁਤ ਸਾਰੇ ਸਿੰਘਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਸਮੇਂ ਦੀ ਸਰਕਾਰ ਉਹਨਾਂ ਨੂੰ ਪੰਜਾਬ ਤੋਂ ਬਾਹਰ ਤੇ ਕਈਆਂ ਥਾਵਾਂ ਤੇ ਪੰਜਾਬ ਦੇ ਵਿੱਚ ਦੂਰ ਦੂਰ ਜੇਲ੍ਹਾਂ ਵਿੱਚ ਭੇਜ ਰਹੇ ਸਨ। ਅੰਮ੍ਰਿਤਸਰ ਤੋਂ ਇੱਕ ਗੱਡੀ ਉਹਨਾਂ ਨੇ ਗ੍ਰਿਫਤਾਰੀਆਂ ਵਾਲੇ ਸਿੰਘਾਂ ਦੀ ਅਟਕ ਨੂੰ ਭੇਜਣੀ ਸੀ ਤੇ ਰਸਤੇ ਵਿੱਚ ਹੀ ਇਹ ਹਸਨ ਅਬਦਾਲ ਯਾਨੀ ਪੰਜਾ ਸਾਹਿਬ ਪੈਂਦਾ ਹੈ। ਉੱਥੋਂ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਗੱਡੀ ਕੱਲ੍ਹ ਨੂੰ ਸਵੇਰੇ 8 ਵਜੇ ਇੱਥੋਂ ਨਿਕਲਣੀ ਹੈ ਤੇ ਅਸੀਂ ਉਹਨਾਂ ਆਪਣੇ ਭੈਣਾਂ ਭਰਾਵਾਂ ਨੂੰ ਪ੍ਰਸ਼ਾਦਾ ਛਕਾਵਾਂਗੇ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਆਪਣੀਆਂ ਗ੍ਰਿਫਤਾਰੀਆਂ ਦੇ ਰਹੇ ਨੇ। ਉਹਨਾਂ ਨੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ, ਸਟੇਸ਼ਨ ਮਾਸਟਰ ਨਾਲ ਗੱਲ ਕਰ ਲਈ। ਉਹਨੇ ਦੱਸਿਆ ਕਿ ਕੱਲ੍ਹ 8 ਵਜੇ ਗੱਡੀ ਆਉਣੀ ਹੈ, ਰੁਕੇਗੀ ਜਿਵੇਂ ਅੱਗੇ ਹਰ ਵਾਰੀ ਰੁਕਦੀ ਏ, ਤੇ ਤੁਸੀਂ ਲੰਗਰ ਪਾਣੀ ਛਕਾ ਲੈਣਾ। ਲੇਕਿਨ ਜਦੋਂ ਕੱਲ੍ਹ ਦਾ ਦਿਨ ਆਇਆ, ਉਹ ਲੰਗਰ ਪਾਣੀ ਲੈ ਕੇ ਸਿੰਘ ਉੱਥੇ ਸਟੇਸ਼ਨ ਤੇ ਪਹੁੰਚੇ ਤੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਅੱਜ ਗੱਡੀ ਇੱਥੇ ਨਹੀਂ ਰੁਕੇਗੀ। ਤੇ ਸਿੰਘਾਂ ਨੂੰ ਇਹ ਸਮਝ ਆ ਗਈ ਕਿ ਜਾਣ ਬੁੱਝ ਕੇ ਨਹੀਂ ਰੋਕ ਰਹੇ, ਜਦੋਂ ਅੱਗੇ ਹਰ ਰੋਜ਼ ਇੱਥੇ ਗੱਡੀ ਰੁਕਦੀ ਹੈ ਤੇ ਅੱਜ ਕੀ ਹੋਇਆ। ਉਹਨਾਂ ਨੇ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਕਿ ਅਸੀਂ ਸਿੰਘਾਂ ਨੂੰ ਲੰਗਰ ਪਾਣੀ ਜ਼ਰੂਰ ਛਕਾਉਣਾ ਹੈ ਤੇ ਤੂੰ ਜਿਵੇਂ ਕਿਵੇਂ ਗੱਡੀ ਨੂੰ ਰੋਕ। ਉਹਨੇ ਆਖਿਆ ਮੇਰੇ ਵੱਸ ਨਹੀਂ, ਮੈਨੂੰ ਉੱਤੋਂ ਹੁਕਮ ਆ ਚੁੱਕੇ ਨੇ, ਮੈਂ ਨਹੀਂ ਰੋਕ ਸਕਦਾ। ਸਿੱਖ ਸੰਗਤ ਨੇ ਇਕੱਠਿਆਂ ਹੋ ਕੇ ਸਲਾਹ ਕੀਤੀ ਤੇ ਅਰਦਾਸ ਕੀਤੀ ਵਾਹਿਗੁਰੂ ਜੀ ਦੇ ਅੱਗੇ ਕਿ ਪਰਮਾਤਮਾ ਸਾਡੇ ਤੇ ਮਿਹਰ ਕਰਨਾ, ਦਇਆ ਕਰਨਾ। ਅਸੀਂ ਭਾਵੇਂ ਆਪਣੀਆਂ ਜਾਨਾਂ ਕੁਰਬਾਨ ਕਰੀਏ ਪਰ ਆਪਣੇ ਭੈਣਾਂ ਭਰਾਵਾਂ ਨੂੰ ਪ੍ਰਸ਼ਾਦੇ ਤੋਂ ਬਿਨਾਂ ਅੱਗੇ ਨਹੀਂ ਜਾਣ ਦਿਆਂਗੇ, ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਵਾਂਗੇ। ਬਸ ਸਾਰੇ ਸਿੱਖ ਅਰਦਾਸ ਕਰਕੇ ਉਸ ਗੱਡੀ ਦੀ ਲੀਹ ਉੱਤੇ ਪਟੜੀ ਤੇ ਬੈਠ ਗਏ। ਗੱਡੀ ਨਜ਼ਰ ਆ ਰਹੀ ਏ ਵੀ ਆਉਂਦੀ ਏ ਪਈ ਤੇ ਸਪੀਡ ਨਾਲ ਆ ਰਹੀ, ਉਹ ਰੁਕੇਗੀ ਨਹੀਂ। ਪਰ ਜਿੰਨੇ ਕੁ ਲੋਕ ਸਨ ਸਾਰੇ ਹੀ ਉਸ ਪਟੜੀ ਉੱਤੇ ਬੈਠੇ ਸਨ। ਦੋ ਸਿੰਘ, ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਉਹ ਸਭ ਤੋਂ ਅੱਗੇ ਸਨ, ਪਿੱਛੇ ਹੋਰ ਸੰਗਤ ਸੀ। ਜਿਵੇਂ ਹੀ ਗੱਡੀ ਆਈ, ਉਹ ਇਹਨਾਂ ਪਟੜੀ ਉੱਤੇ ਬੈਠੇ ਹੋਏ ਸਿੱਖਾਂ ਦੇ ਉੱਤੋਂ ਦੀ ਲੰਘਦੀ ਹੋਈ ਥੋੜ੍ਹੀ ਜਿਹੀ ਅੱਗੇ ਜਾ ਕੇ ਆਪਣੇ ਆਪ ਰੁਕੀ। ਇਸ ਗੱਲ ਦਾ ਜ਼ਿਕਰ ਗੱਡੀ ਚਾਲਕ ਨੇ, ਜੋ ਮੁਸਲਮਾਨ ਸੀ, ਉਸ ਨੇ ਕੀਤਾ ਬਾਅਦ ਵਿੱਚ ਕੋਰਟ ਵਿੱਚ ਜਾ ਕੇ ਕਿ ਮੈਂ ਗੱਡੀ ਨਹੀਂ ਰੋਕੀ, ਗੱਡੀ ਆਪਣੇ ਆਪ ਰੁਕੀ ਹੈ। ਔਰ ਉਹਨੇ ਇਹ ਵੀ ਦੱਸਿਆ ਸੀ ਕਿ ਜਿਹੜੀ ਗੱਡੀ ਜਦੋਂ ਰੁਕੀ ਏ, ਮੈਨੂੰ ਇਸ ਤਰ੍ਹਾਂ ਲੱਗਾ ਸੀ ਕਿ ਜਿਵੇਂ ਮੇਰੀ ਗੱਡੀ ਦਾ ਇੰਜਨ ਕਿਸੇ ਪਹਾੜ ਨਾਲ ਟਕਰਾਇਆ ਹੋਵੇ।
ਤੇ ਪਹਾੜ ਨਾਲ ਟਕਰਾ ਕੇ ਰੁਕ ਗਿਆ ਹੋਵੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ। ਇਹ ਗੱਡੀ ਚਾਲਕ ਦੇ ਬਿਆਨ ਹਨ ਜੀ, ਕੋਰਟ ਵਿੱਚ ਹੋਏ ਇਹ ਬਿਆਨ। ਗੱਡੀ ਰੁਕ ਗਈ। ਤਕਰੀਬਨ 12 ਤੋਂ 15 ਜੀ ਜਿਹੜੇ ਉਹਦੀ ਗੱਡੀ ਦੇ ਹੇਠਾਂ ਆਏ। ਕਿਸੇ ਦੀਆਂ ਲੱਤਾਂ ਵੱਢੀਆਂ ਗਈਆਂ, ਕਿਸੇ ਦੀਆਂ ਬਾਹਾਂ ਕੱਟੀਆਂ ਗਈਆਂ, ਕੁਝ ਹੋਰ ਇਸ ਤਰ੍ਹਾਂ ਜ਼ਖਮੀ ਹੋਏ। ਤੇ 2 ਸਿੱਖ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਇੱਥੇ ਸ਼ਹੀਦ ਹੋਏ ਸਨ। ਗੱਡੀ ਰੁਕੀ ਤੇ ਸਿੱਖ ਸੰਗਤਾਂ ਨੇ ਚਾਹਿਆ ਕਿ ਪਹਿਲਾਂ ਜਿਹੜੇ ਜ਼ਖਮੀ ਹੋਏ ਨੇ ਗੱਡੀ ਦੇ ਥੱਲੇ ਆ ਕੇ ਉਹਨਾਂ ਨੂੰ ਕੱਢਿਆ ਜਾਏ। ਤੇ ਭਾਈ ਕਰਮ ਸਿੰਘ ਜੀ ਦੀ ਘਰਵਾਲੀ ਦੇ ਬਿਆਨ ਨੇ ਕਿ ਜਦੋਂ ਸਿੱਖ ਸੰਗਤ ਉਹਨਾਂ ਨੂੰ ਥੱਲਿਓਂ ਕੱਢਣ ਲੱਗੀ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਬਾਅਦ ਵਿੱਚ ਕੱਢਣਾ, ਪਹਿਲਾਂ ਭੋਜਨ ਛਕਾ ਲਓ ਸਿੰਘਾਂ ਨੂੰ। ਜੇ ਤੁਸੀਂ ਸਾਨੂੰ ਥੱਲਿਓਂ ਕੱਢ ਲਿਆ ਤੇ ਇਹਨਾਂ ਗੱਡੀ ਭਜਾ ਕੇ ਲੈ ਜਾਣੀ ਹੈ ਤੇ ਫਿਰ ਅਸੀਂ ਭੋਜਨ ਛਕਾਉਣ ਤੋਂ ਫਿਰ ਰਹਿ ਜਾਵਾਂਗੇ। ਇਸ ਤਰ੍ਹਾਂ ਦਾ ਇਹ ਸਾਕਾ ਵਾਪਰਿਆ। 2 ਸਿੱਖ ਸਿੰਘ ਸ਼ਹੀਦ ਹੋਏ, ਕੁਝ ਜ਼ਖਮੀ ਹੋਏ, ਲੱਤਾਂ ਬਾਹਾਂ ਕੱਟੀਆਂ ਗਈਆਂ, ਲੇਕਿਨ ਉਹਨਾਂ ਨੇ ਭੋਜਨ ਛਕਾ ਕੇ ਗੱਡੀ ਨੂੰ ਅੱਗੇ ਜਾਣ ਦਿੱਤਾ। ਇਹ ਕੱਲ੍ਹ ਦੇ ਦਿਨ ਦਾ ਸਾਕਾ ਹੈ ਜੋ 1922 ਈਸਵੀ ਨੂੰ ਵਾਪਰਿਆ ਸੀ। ਸੋ ਆਓ ਅੱਜ ਦੀ ਅਸੀਂ ਵਿਚਾਰ ਸ਼ੁਰੂ ਕਰਨੀ ਹੈ। ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ ਕੁਝ ਸਿਧਾਂਤ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੁੱਖ ਰੂਪ ਵਿੱਚ ਦਿੱਤੇ ਨੇ। ਅੱਜ ਦਾ ਜਿਹੜਾ ਸਿਧਾਂਤ ਹੈ ਉਹ ਹੈ, ਗੁਰੂ ਨਾਨਕ ਸਾਹਿਬ ਜੀ ਨੇ ਇਸ ਜਪ ਬਾਣੀ ਦੇ ਅੰਦਰ 4 ਪੌੜੀਆਂ ਇਕੱਠੀਆਂ ਹੀ ਸੁਣਨ ਦੇ ਸੰਬੰਧ ਵਿੱਚ ਲਿਖੀਆਂ ਹੋਈਆਂ ਨੇ ਕਿ ਸੁਣਨ ਨਾਲ ਕੀ ਹੁੰਦਾ ਹੈ। ਲੇਕਿਨ ਉੱਥੇ ਇਹ ਨਹੀਂ ਲਿਖਿਆ ਕਿ ਸੁਣਨਾ ਕਿਸ ਨੂੰ ਹੈ। ਇਹ ਜ਼ਰੂਰ ਲਿਖਿਆ ਸੁਣਨ ਨਾਲ ਸਿੱਧ ਪੀਰ ਸੁਰਨਾਥ ਬਣ ਜਾਈਦਾ ਹੈ। ਸੁਣਨ ਨਾਲ ਸਾਨੂੰ ਆਪਣੇ ਸਰੀਰ ਦੇ ਅੰਦਰ ਦੇ ਜਿਹੜੇ ਭੇਦ ਨੇ, ਸੁਣਿਆ ਜੋਗ ਜੁਗਤ ਤਨ ਭੇਦ, ਉਹ ਅੰਦਰ ਦੇ ਗੁੱਝੇ ਭੇਦ ਖੁੱਲ੍ਹ ਜਾਂਦੇ ਨੇ। ਪਰ ਸੁਣਨਾ ਕਿਸ ਨੂੰ ਹੈ, ਆਪਾਂ ਇਹ ਗੱਲ ਗੁਰਬਾਣੀ ਵਿੱਚੋਂ ਹੀ ਸਮਝਣੀ ਹੈ। ਲੇਕਿਨ ਪਹਿਲਾਂ ਸਮਝਣਾ ਹੈ ਕਿ ਸੁਣਨਾ ਕਿਵੇਂ ਹੈ। ਸੁਣਨਾ ਕਿਵੇਂ ਹੈ? ਸੁਣਨਾ ਤੇ ਭਾਈ ਕੰਨਾਂ ਨਾਲ ਹੀ ਹੈ, ਕੋਈ ਹੋਰ ਤੇ ਤਰੀਕਾ ਹੀ ਨਹੀਂ ਸੁਣਨ ਦਾ। ਲੇਕਿਨ ਸੁਣਨ ਵਾਸਤੇ ਇੱਕ ਸ਼ਰਤ ਹੁੰਦੀ ਹੈ ਕਿ ਅਸੀਂ ਚੁੱਪ ਕਰ ਜਾਈਏ। ਜਿੰਨਾ ਚਿਰ ਅਸੀਂ ਬੋਲਦੇ ਰਵਾਂਗੇ ਉਨਾ ਚਿਰ ਕਿਸੇ ਦੂਜੇ ਦੀ ਗੱਲ ਅਸੀਂ ਸੁਣ ਨਹੀਂ ਸਕਾਂਗੇ। ਸੁਣਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਚੁੱਪ ਕਰੀਏ। ਤੇ ਚੁੱਪ ਕੇਵਲ ਮੁੱਖ ਤੋਂ ਹੀ ਨਹੀਂ, ਚੁੱਪ ਕਰਨਾ ਹੈ ਮਨ ਕਰਕੇ ਵੀ। ਭਾਵੇਂ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਵੀ ਜੇ ਕੋਈ ਬੰਦਾ ਅੱਖਾਂ ਮੀਟ ਕੇ ਮੂੰਹ ਬੰਦ ਕਰਕੇ ਜਿਵੇਂ ਸਮਾਧੀ ਲੱਗੀ ਹੁੰਦੀ ਕਿਸੇ ਦੀ, ਇਸ ਤਰ੍ਹਾਂ ਬੈਠਾ ਰਵੇ, ਤੇ ਗੁਰੂ ਨਾਨਕ ਸਾਹਿਬ ਜੀ ਦਾ ਮੰਨਣਾ ਹੈ ਕਿ ਮਨ ਕਰਕੇ ਉਹ ਵੀ ਚੁੱਪ ਨਹੀਂ ਹੁੰਦਾ। ਮਨ ਵਿੱਚ ਕੋਈ ਨਾ ਕੋਈ ਵਿਚਾਰ ਚੱਲਦੇ ਰਹਿੰਦੇ ਨੇ, ਕੋਈ ਨਾ ਕੋਈ ਫੁਰਨਾ ਜਿਹੜਾ ਹੈ ਉਹ ਮਨ ਵਿੱਚ ਉੱਠਦਾ ਹੀ ਰਹਿੰਦਾ ਹੈ। ਤੇ ਜਿੰਨਾ ਚਿਰ ਉਹ ਸਾਡੇ ਫੁਰਨੇ ਨਹੀਂ ਬੰਦ ਹੁੰਦੇ, ਉਨਾ ਚਿਰ ਅਸੀਂ ਕਿਸੇ ਦੀ ਗੱਲ ਨੂੰ ਪੂਰਨ ਤੌਰ ਤੇ ਨਹੀਂ ਸੁਣ ਸਕਦੇ। ਮੈਂ ਯਤਨ ਕੀਤਾ ਇਹਦੇ ਤੇ ਥੋੜ੍ਹੀ ਭਾਲ ਕਰਾਂ ਕਿ ਵਿਗਿਆਨੀ ਲੋਕ ਕੀ ਕਹਿੰਦੇ ਨੇ ਸੁਣਨ ਦੇ ਸੰਬੰਧ ਵਿੱਚ। ਇਸ ਤਰ੍ਹਾਂ ਸਮਝ ਪਈ ਹੈ ਕਿ ਜਿਹੜੇ ਦਿਮਾਗ ਦੇ ਸਾਡੇ ਬ੍ਰੇਨ ਦੇ ਸਪੈਸ਼ਲਿਸਟ ਲੋਕ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਵੱਧ ਤੋਂ ਵੱਧ 3 ਜਾਂ 4% ਸੁਣਦੇ ਹਾਂ।
95 ਜਾਂ 96% ਸਾਡੇ ਜੋ ਅਸੀਂ ਸੁਣਦੇ ਹਾਂ ਉਹ ਐਵੇਂ ਹੀ ਲੰਘ ਜਾਂਦਾ ਹੈ। ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਵੀ ਜੇ ਕਿਸੇ ਬੰਦੇ ਨੇ 100 ਸ਼ਬਦ ਬੋਲੇ ਹੋਣ ਆਪਣੇ ਲੈਕਚਰ ਵਿੱਚ ਜਾਂ ਆਪਣੇ ਆਰਟੀਕਲ ਵਿੱਚ, ਤੇ ਅਸੀਂ ਉਹ 100 ਵਿੱਚੋਂ 3-4 ਹੀ ਸੁਣਦੇ ਹਾਂ, ਬਾਕੀ 90-95 ਸਾਡੇ ਐਵੇਂ ਉੱਤੋਂ ਲੰਘ ਜਾਂਦੇ ਨੇ। ਉਹ ਕਿਉਂ ਲੰਘਦੇ ਨੇ? ਅਸੀਂ ਇੱਕ ਤਾਂ ਉਹ ਸੁਣਦੇ ਹਾਂ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਸਟੇਜ ਤੋਂ ਜਾਂ ਕੋਈ ਸੁਣਾਉਣ ਵਾਲਾ ਆਦਮੀ ਕੋਈ ਇਹੋ ਜਿਹੀ ਗੱਲ ਕਰ ਰਿਹਾ ਹੋਵੇ ਜਿਹਦੇ ਵਿੱਚ ਸਾਡਾ ਆਪਣਾ ਕੋਈ ਇੰਟਰਸਟ ਨਾ ਹੋਵੇ, ਉਹ ਵੀ ਗੱਲ ਆਪਾਂ ਨਹੀਂ ਸੁਣਦੇ, ਉੱਤੋਂ ਲੰਘ ਜਾਂਦੀ ਹੈ। ਤੇ ਉਹਦੇ ਉਸ ਪੂਰੇ ਬੋਲਾਂ ਵਿੱਚ ਜੇ ਕੋਈ ਸਾਡੇ ਮਤਲਬ ਦੀ ਗੱਲ ਹੋਵੇ ਤੇ ਉਹ ਸਾਡੇ ਕੰਨੀ ਪੈ ਜਾਂਦੀ ਹੈ ਤੇ ਅਸੀਂ ਉਸ ਨੂੰ ਸੁਣ ਵੀ ਲੈਂਦੇ ਹਾਂ। ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਇਹ ਨਾ ਸੋਚੀਏ ਕਿ ਇਹ ਗੱਲ ਮੇਰੇ ਮਤਲਬ ਦੀ ਹੈ ਕਿ ਨਹੀਂ ਮਤਲਬ ਦੀ। ਜੇ ਸੁਣਨਾ ਹੈ ਤਾਂ ਸਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵਕਤਾ ਦੀ ਗੱਲ ਸੁਣਨੀ ਚਾਹੀਦੀ ਹੈ। ਫਿਰ ਅਸੀਂ ਕਿਸੇ ਨਤੀਜੇ ਤੇ ਪਹੁੰਚਦੇ ਹਾਂ ਕਿ ਇਹਨੇ ਕੀ ਆਖਿਆ। ਜੇ ਅਸੀਂ ਵਿੱਚੋਂ ਗੱਲ ਜਿਹੜੀ ਸਾਡੇ ਮਨ ਨੂੰ ਚੰਗੀ ਲੱਗਦੀ ਹੈ, ਜਿਹੜੀ ਸਾਨੂੰ ਚਾਹੀਦੀ ਹੈ, ਅਸੀਂ ਓਨੀ ਕੁ ਸੁਣ ਲੈਂਦੇ ਹਾਂ। ਤੇ ਵਕਤਾ ਨੇ ਪੂਰਨ ਆਪਣੇ ਲੈਕਚਰ ਵਿੱਚ ਕੀ ਬੋਲਿਆ ਹੈ ਉਹ ਸਾਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਵਿਦਵਾਨਾਂ ਦਾ ਮਤ ਹੈ ਕਿ ਅਸੀਂ ਓਨਾ ਕੀ ਸੁਣਦੇ ਹਾਂ ਜਿੰਨਾ ਕੁ ਸਾਨੂੰ ਲੋੜੀਂਦਾ ਹੈ, ਬਾਕੀ ਅਸੀਂ ਜਾਣ ਦਿੰਦੇ ਹਾਂ। ਇਸੇ ਬਿਨਾਂ ਤੇ ਹੀ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ 5-4% ਸੁਣਦੇ ਹਾਂ, ਬਾਕੀ 90-95 ਸਾਡਾ ਐਵੇਂ ਚਲਾ ਜਾਂਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਨੂੰ ਸੁਣੀਏ, ਇੱਕ ਤਾਂ ਆਪ ਚੁੱਪ ਕਰ ਜਾਈਏ। ਮੈਂ ਬਹੁਤ ਵਾਰੀ ਵੇਖਿਆ ਜੀ, ਲੋਕੀ ਕਈ ਵਾਰੀ ਕਿਉਂਕਿ ਚਲੋ ਮੈਂ ਇੱਥੇ ਸੇਵਾ ਜੋ ਕਰਦਾ ਇਸ ਬਿਨਾਂ ਤੇ ਉਂਝ ਮੈਨੂੰ ਕੋਈ ਸਿਆਣਾ ਸਮਝ ਕੇ ਨਹੀਂ ਆਉਂਦੇ, ਉਂਝ ਜੋ ਸਮਝਦੇ ਨੇ ਕਿ ਇੱਥੋਂ ਇਹ ਗ੍ਰੰਥੀ ਜੀ ਨੇ ਤੇ ਚਲੋ ਇਹਨਾਂ ਨਾਲ ਗੱਲ ਕਰਦੇ ਆ, ਇਸ ਕਰਕੇ ਆ ਜਾਂਦੇ ਨੇ। ਮੈਂ ਬਹੁਤ ਵਾਰੀ ਵੇਖਿਆ ਹੈ, ਉਹ ਆਪਣਾ ਕੁਐਸਚਨ ਮੇਰੇ ਸਾਹਮਣੇ ਰੱਖਣਗੇ ਤੇ ਮੇਰੇ ਗੱਲ ਕਰਨ ਤੋਂ ਪਹਿਲਾਂ ਉਸ ਕੁਐਸਚਨ ਤੋਂ ਬਾਅਦ ਆਪਣੀ ਪੂਰੀ ਗੱਲ ਸ਼ੁਰੂ ਕਰ ਲੈਣਗੇ ਤੇ ਉਹ ਕੁਐਸਚਨ ਦਾ ਆਨਸਰ ਵੀ ਆਪੇ ਹੀ ਕਰੀ ਜਾਣਗੇ ਤੇ ਹੋਰ ਕਹਾਣੀਆਂ ਵੀ ਮੈਨੂੰ ਸੁਣਾਈ ਜਾਣਗੇ। ਤੇ ਮੈਂ ਤੇ ਸਮਝ ਜਾਣਾ ਵੀ ਇਹ ਮੈਨੂੰ ਸੁਣਨ ਨਹੀਂ ਆਇਆ, ਇਹ ਮੈਨੂੰ ਸੁਣਾਉਣ ਆਇਆ ਹੈ। ਤੇ ਮੈਂ ਫਿਰ ਹੂੰ ਹਾਂ ਕਰੀ ਜਾਣਾ ਵੀ ਤੂੰ ਸੁਣਾ ਲੈ ਜੋ ਸੁਣਾਉਣਾ ਹੀ। ਉਹ ਸੁਣਾ ਕੇ ਅੱਧਾ ਪੌਣਾ ਘੰਟਾ ਚਲਾ ਜਾਂਦਾ, ਮੈਂ ਵੀ ਨਹੀਂ ਸੁਣਦਾ, ਮੈਨੂੰ ਕੀ ਲੋੜ ਹੈ ਉਹਦੀਆਂ ਗੱਲਾਂ ਸੁਣਨ ਦੀ। ਕਿਉਂਕਿ ਉਹਨੇ ਕੁਐਸਚਨ ਕੀਤਾ ਸੀ, ਉਹਨੂੰ ਚਾਹੀਦਾ ਸੀ ਕੁਐਸਚਨ ਕਰਨ ਤੋਂ ਬਾਅਦ ਉਹ ਚੁੱਪ ਕਰ ਜਾਂਦਾ ਤੇ ਮੇਰੀ ਗੱਲ ਸੁਣਦਾ ਕਿ ਮੈਂ ਉਹਦਾ ਕੀ ਆਨਸਰ ਕਰਦਾ ਹਾਂ, ਕੀ ਜਵਾਬ ਦਿੰਦਾ ਹਾਂ। ਪਰ ਇਹ ਸਾਡੇ ਲੋਕਾਂ ਵਿੱਚ ਨਾ ਸਾਰਿਆਂ ਵਿੱਚ ਹੀ ਇਹ ਕਮੀ ਪਾਈ ਜਾਂਦੀ, ਖਾਸ ਕਰ ਪੰਜਾਬੀ ਲੋਕਾਂ ਵਿੱਚ। ਉਹ ਦੂਜੇ ਦੀ ਗੱਲ ਨੂੰ ਸੁਣਨਾ ਬਹੁਤਾ ਚੰਗਾ ਜਾਂ ਪਸੰਦ ਨਹੀਂ ਕਰਦੇ, ਆਪਣੀ ਗੱਲ ਸੁਣਾਉਣਾ ਪਸੰਦ ਕਰਦੇ ਨੇ। ਸੋ ਪਹਿਲੀ ਗੱਲ ਹੈ ਜੀ, ਸਾਨੂੰ ਜੇ ਸੁਣਨਾ ਹੋਵੇ ਕਿਸੇ ਨੂੰ, ਪੂਰਨ ਤੌਰ ਤੇ ਚੁੱਪ ਕਰਨਾ ਹੈ। ਹੋ ਸਕੇ ਤੇ ਮਨ ਦਿਆਂ ਫੁਰਨਿਆਂ ਨੂੰ ਵੀ ਰੋਕਣਾ ਚਾਹੀਦਾ ਹੈ। ਤੇ ਫਿਰ ਗੱਲ ਅਗਲੇ ਦੀ ਵਿੱਚੋਂ ਨਹੀਂ ਸੁਣਨੀ, ਪੂਰੀ ਸੁਣਨੀ ਚਾਹੀਦੀ ਹੈ। ਤੇ ਜੇ ਉਹਦੇ ਉੱਤੇ ਤੁਹਾਨੂੰ ਕੱਲ ਨੂੰ ਕੋਈ ਤਰਕ ਦੇਣਾ ਪਵੇ, ਕੋਈ ਉਹਦੇ ਤੇ ਕੁਐਸਚਨ ਹੋਣ, ਤੇ ਤੁਹਾਨੂੰ ਪਤਾ ਹੋਵੇ ਕਿ ਗੱਲ ਪੂਰੀ ਕੀ ਸੀ। ਸੋ ਇਹ ਗੱਲ ਆਪਾਂ ਧਿਆਨ 'ਚ ਰੱਖਣੀ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਕਿਸ ਨੂੰ ਸੁਣਨਾ ਹੈ। ਮੇਰਾ ਨਿੱਜੀ ਵਿਚਾਰ ਹੈ ਜੀ, ਸਾਨੂੰ ਹਰ ਇੱਕ ਨੂੰ ਸੁਣਨਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਉਹ ਸਾਡੇ ਮਤਲਬ ਦੀ ਗੱਲ ਕਰਦਾ ਹੈ, ਭਾਵੇਂ ਉਹ ਕਿਸੇ ਦੇ ਮਤਲਬ ਦੀ ਗੱਲ ਕਰਦਾ ਹੋਵੇ ਤੇ ਸਾਨੂੰ ਸੁਣ ਲੈਣਾ ਚਾਹੀਦਾ ਜੇ ਅਸੀਂ ਉੱਥੇ ਹਾਜ਼ਰ ਹਾਂ। ਤੇ ਸਾਨੂੰ ਚਾਹੀਦਾ ਜੇ ਅਸੀਂ ਆਪਣੇ ਬਾਹਰ ਕਾਰੋਬਾਰ ਵਿੱਚ ਮਾਲਕ ਹਾਂ ਤੇ ਆਪਣੇ ਨੌਕਰਾਂ ਨੂੰ ਵੀ ਸੁਣਨਾ ਚਾਹੀਦਾ ਹੈ। ਜੇ ਆਪਾਂ ਨੌਕਰ ਹਾਂ ਤੇ ਸਾਨੂੰ ਆਪਣੇ ਮਾਲਕ ਨੂੰ ਵੀ ਸੁਣਨਾ ਚਾਹੀਦਾ ਹੈ। ਆਪਾਂ ਘਰ ਵਿੱਚ, ਪਰਿਵਾਰ ਵਿੱਚ ਜੇ ਆਪਾਂ ਮਾਤਾ ਪਿਤਾ ਹਾਂ ਤੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ ਹੈ।
ਆਪਾਂ ਸਾਰੇ, ਮੈਂ ਵੀ ਉਹਨਾਂ ਵਿੱਚੋਂ ਹੀ ਆ, ਬੱਚਿਆਂ ਨੂੰ ਨਹੀਂ ਸੁਣ ਕੇ ਆਪਾਂ ਰਾਜੀ। ਬੱਚਾ ਕੋਈ ਗੱਲ ਕਰਨ ਵੀ ਲੱਗੇ, ਅਸੀਂ ਉਹਨੂੰ ਚੁੱਪ ਕਰਾ ਦਿੰਦੇ ਹਾਂ, ਤੈਨੂੰ ਕੀ ਪਤਾ, ਤੂੰ ਕੱਲ ਜੰਮਿਆ ਹੈ ਅਜੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੱਲ ਜੰਮਿਆ ਉਹਦੀ ਅਕਲ ਸਾਡੇ ਨਾਲੋਂ ਘੱਟ ਹੈ, ਕਿਤੇ ਹੋ ਸਕਦਾ ਉਹਦੀ ਅਕਲ ਸਾਡੇ ਨਾਲੋਂ ਵਧੇਰੇ ਹੋਵੇ। ਬੱਚੇ ਨੂੰ ਵੀ ਸੁਣਨਾ ਚਾਹੀਦਾ ਹੈ, ਆਪਣੇ ਦੁਸ਼ਮਣ ਨੂੰ ਵੀ ਸੁਣਨਾ ਚਾਹੀਦਾ ਹੈ, ਫਿਰ ਅਸੀਂ ਕਿਸੇ ਸਿੱਟੇ ਤੇ ਪਹੁੰਚਦੇ ਹਾਂ ਜੀ। ਜੇ ਅਸੀਂ ਮਾਤਾ ਪਿਤਾ ਹਾਂ ਤੇ ਬੱਚਿਆਂ ਨੂੰ ਸੁਣਨ ਦੀ ਆਦਤ ਬਣਾਈਏ, ਜੇ ਬੱਚੇ ਹਾਂ ਤੇ ਆਪਣੇ ਵੱਡਿਆਂ ਨੂੰ ਸੁਣਨ ਦੀ ਆਦਤ ਬਣਾਈਏ। ਹਰ ਇੱਕ ਨੂੰ ਸੁਣਨਾ। ਲੇਕਿਨ ਅਸੀਂ ਅੱਜ ਗੱਲ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਜਪ ਵਿੱਚੋਂ। ਗੁਰਬਾਣੀ ਸਾਨੂੰ ਕਿਸ ਨੂੰ ਸੁਣਨ ਲਈ ਆਖਦੀ ਹੈ, ਸਾਡਾ ਵਿਸ਼ਾ ਉਹ ਹੈ। ਇਸ ਵਿਸ਼ੇ ਤੇ ਬਹੁਤ ਲੰਬੀ ਗੱਲ ਕੀਤੀ ਜਾ ਸਕਦੀ ਹੈ, ਲੇਕਿਨ ਆਪਾਂ ਸਮੇਂ ਨੂੰ ਵੀ ਧਿਆਨ 'ਚ ਰੱਖਣਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਜੋ ਉਹਨਾਂ ਨੇ ਸਾਨੂੰ ਦਿੱਤੀ ਹੈ, ਅਸੀਂ ਜ਼ਿਆਦਾਤਰ ਉਹਦੇ ਤੇ ਆਪਣਾ ਸਮਾਂ ਲਗਾਉਣਾ ਹੈ। ਕਿਸ ਨੂੰ ਸੁਣਨਾ ਹੈ? ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਤੇ ਅਸੀਂ ਆਪਣੇ ਗੁਰੂ ਜੀ ਨੂੰ ਸੁਣਨਾ ਹੈ, ਹੋਰ ਕਿਸੇ ਨੂੰ ਨਹੀਂ ਸੁਣਨਾ। ਮੈਂ ਆਪਣੇ ਵਿਚਾਰ ਦੇਵਾਂ, ਤੁਹਾਨੂੰ ਚੰਗੇ ਲੱਗਣ ਉਹਨਾਂ ਨੂੰ ਗ੍ਰਹਿਣ ਕਰ ਲਓ, ਨਾ ਚੰਗੇ ਲੱਗਣ ਛੱਡ ਦਿਓ। ਲੇਕਿਨ ਗੁਰੂ ਜੀ ਦੀ ਗੱਲ, ਉਹਨਾਂ ਦੇ ਪਵਿੱਤਰ ਬਚਨ ਗੁਰਦੁਆਰੇ ਆ ਕੇ ਸਾਨੂੰ ਬਹੁਤ ਹੀ ਧਿਆਨ ਦੇ ਕੇ ਸੁਣਨੇ ਚਾਹੀਦੇ ਨੇ, ਪੂਰੀ ਤਵੱਜੋ ਦੇ ਕੇ ਸੁਣਨੇ ਚਾਹੀਦੇ ਨੇ। ਇਹ ਨਾ ਹੋਵੇ ਕਿ ਗੁਰੂ ਜੀ ਬੋਲ ਰਹੇ ਹੋਣ ਤੇ ਸਾਡਾ ਧਿਆਨ ਲਾਂਭੇ ਹੋਵੇ, ਅਸੀਂ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਦੇ ਬਚਨ ਸੁਣ ਨਾ ਰਹੇ ਹੋਈਏ। ਇਹ ਨਹੀਂ ਹੋਣਾ ਚਾਹੀਦਾ। ਸਾਧ ਸੰਗਤ ਵਿੱਚ ਆ ਕੇ ਕਦੀ ਆਪਣੀਆਂ ਗੱਲਾਂ ਨਹੀਂ ਕਰਨੀਆਂ। ਜੇ ਕੋਈ ਬੱਚਾ ਹੈ ਸਾਡੇ ਨਾਲ, ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਧ ਸੰਗਤ ਹੋ ਰਹੀ ਹੈ, ਗੁਰੂ ਜੀ ਬਚਨ ਕਰ ਰਹੇ ਨੇ, ਉਹਨਾਂ ਉੱਤੇ ਕੰਟਰੋਲ ਆਪਾਂ ਆਪ ਕਰਨਾ ਹੁੰਦਾ, ਸਾਨੂੰ ਕਰਨਾ ਚਾਹੀਦਾ ਹੈ। ਔਰ ਮੈਂ ਇਹ ਸਮਝਦਾ ਕਿ ਆਪਣੇ ਇਸ ਗੁਰੂ ਘਰ ਵਿੱਚ ਬੜੀ ਵੱਡੀ ਰਹਿਮਤ ਹੈ ਮਹਾਰਾਜ ਜੀ ਦੀ, ਕਿ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹਾਂ। ਜਦੋਂ ਮੈਂ ਨਵਾਂ ਇੱਥੇ ਆਇਆ ਸਾਂ, 5-4 ਸਾਲ ਤੇ ਮੇਰੇ ਇਸੇ ਗੱਲ 'ਚ ਲੰਘ ਗਏ ਸੀ ਵੀ ਬੱਚਿਆਂ ਨੂੰ ਚੁੱਪ ਕਰਾਓ। ਇਸੇ ਗੱਲ ਤੇ ਲੱਗੇ ਰਹਿਣਾ 10-10 ਮਿੰਟ, ਤੇ ਲੋਕਾਂ ਨੇ ਗੁੱਸਾ ਕਰਨਾ ਵੀ ਇਹ ਨਵਾਂ ਭਾਈ ਵੇਖ ਲਿਆ, ਸਾਡੇ ਬੱਚਿਆਂ ਨੂੰ ਖੇਡਣ ਨਹੀਂ ਦਿੰਦਾ। ਵੀ ਭਲਿਓ, ਆ ਥਾਂ ਖੇਡਣ ਵਾਲੀ ਥੋੜੀ ਬੱਚਿਆਂ ਦੇ, ਇਹ ਤੇ ਸਤ ਸੰਗਤ ਘਰ ਹੈ ਨਾ, ਇਹ ਤੇ ਗੁਰੂ ਜੀ ਦਾ ਸਕੂਲ ਹੈ ਤੇ ਗੁਰੂ ਜੀ ਸਾਨੂੰ ਲੈਸਨ ਪਾਠ ਦੇ ਰਹੇ ਨੇ, ਅਸੀਂ ਉਹ ਸੁਣਨਾ ਹੈ। ਸੋ ਬੜੀ ਕਿਰਪਾ ਹੋਈ ਹੈ ਗੁਰੂ ਮਹਾਰਾਜ ਦੀ, ਆਪਾਂ ਸਾਰੇ ਭੈਣ ਭਰਾ ਬੜੇ ਪਿਆਰ ਨਾਲ ਬੈਠਦੇ ਹਾਂ, ਐਤਵਾਰ ਨੂੰ ਵੀ ਸ਼ੁੱਕਰਵਾਰ ਨੂੰ ਵੀ, ਤੇ ਇਹ ਬਹੁਤ ਚੰਗੀ ਗੱਲ ਹੈ। ਸਾਨੂੰ ਇਸੇ ਤਰ੍ਹਾਂ ਹੀ ਬੈਠਣਾ ਚਾਹੀਦਾ ਹੈ ਤੇ ਗੁਰੂ ਜੀ ਨੂੰ ਸੁਣਨਾ ਧਿਆਨ ਨਾਲ। ਤੇ 4 ਪੁਆਇੰਟ ਨੇ ਜਿਹੜੇ ਆਪਾਂ ਸੁਣਨ ਦੇ ਉੱਤੇ, ਜਿਨ੍ਹਾਂ ਉੱਤੇ ਫੋਕਸ ਕਰਨਾ ਹੈ। ਪਹਿਲਾ ਪੁਆਇੰਟ ਹੈ ਕਿ ਗੁਰੂ ਮਹਾਰਾਜ ਜੀ ਆਖਦੇ ਨੇ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਕਾਢੀ ਬਾਂਹ ਦਾ ਮਤਲਬ ਹੈ ਉੱਚੀ ਬਾਂਹ ਕਰਕੇ। ਜਦੋਂ ਆਪਣੇ ਪਿੰਡਾਂ ਵਿੱਚ ਨਾ ਉਹ ਪਹਿਰੇ ਲੱਗਦੇ ਹੁੰਦੇ ਸੀ ਤੇ ਰਾਤ ਨੂੰ ਚੌਂਕੀਦਾਰ ਹੋਣਾ, ਉਹਨੇ ਮੋਢੇ ਤੇ ਡਾਂਗ ਰੱਖੀ ਹੋਣੀ ਤੇ ਉੱਚੀ ਉੱਚੀ ਬਾਂਹ ਕਰਕੇ ਉਹਨੇ ਆਵਾਜ਼ਾਂ ਦੇਣੀਆਂ, ਜਾਗਦੇ ਰਹੋ। ਉਹ ਇਹ ਉੱਚੀ ਬਾਂਹ ਕਰਨੀ, ਭਾਵ ਉੱਚੀ ਉੱਚੀ ਬੋਲਣਾ। ਕੁਕੀਜੈ ਦਾ ਮਤਲਬ ਵੀ ਉੱਚੀ ਬੋਲ ਕੇ ਆਖਣਾ, ਕਿਉਂਕਿ ਉਦੋਂ ਸਪੀਕਰ ਵਗੈਰਾ ਨਹੀਂ ਸਨ ਹੁੰਦੇ ਤੇ ਬੋਲਣ ਵਾਲਾ ਸੱਚਮੁੱਚ ਹੀ ਉਹਨੂੰ ਉੱਚੀ ਉੱਚੀ ਬੋਲਣਾ ਪੈਂਦਾ ਸੀ। ਸੰਤੋ ਸੁਣੋ ਸੁਣੋ ਜਨ ਭਾਈ, ਇਹ ਸੰਤ ਜਨੋ ਆਪਾਂ ਸਾਰਿਆਂ ਨੂੰ ਆਖਿਆ ਗੁਰੂ ਜੀ ਨੇ ਜੀ, ਇਹ ਸੰਤ ਜਨੋ ਮੇਰੇ ਭਰਾਵੋ, ਗੁਰੂ ਜੀ ਦੀ ਗੱਲ ਸੁਣੋ। ਗੁਰੂ ਜੀ ਉੱਚੀ ਬਾਂਹ ਕਰਕੇ ਤੇ ਉੱਚੀ ਉੱਚੀ ਪੁਕਾਰ ਪੁਕਾਰ ਕੇ ਕੁਝ ਬੋਲਦੇ ਨੇ, ਆਓ ਉਹਨਾਂ ਦੀ ਗੱਲ ਸੁਣੀਏ। ਸੋ ਮੈਂ ਸਮੇਂ ਨੂੰ ਧਿਆਨ 'ਚ ਰੱਖਣਾ, ਇਸ ਲਈ ਮੈਂ ਸੰਖੇਪ ਵਿੱਚ ਹੀ ਗੱਲ ਕਰਾਂਗਾ ਕਿ ਗੁਰੂ ਨੂੰ ਕਿਵੇਂ ਸੁਣਨਾ ਹੈ। ਸੁਣਨਾ ਤੇ ਗੁਰੂ ਜੀ ਨੂੰ ਹੈ, ਲੇਕਿਨ ਸੁਣਨਾ ਕਿਵੇਂ ਆ? ਗੁਰਬਾਣੀ ਦਾ ਪਾਠ ਸੁਣਨਾ, ਇਹ ਗੁਰੂ ਜੀ ਨੂੰ ਸੁਣਨਾ। ਜਦੋਂ ਤੁਸੀਂ ਆਪ ਵੀ ਪਾਠ ਕਰੋ, ਆਪਣੇ ਕੰਨਾਂ ਨੂੰ ਉੱਥੇ ਰੱਖੋ, ਤਵੱਜੋ ਤੁਹਾਡੀ ਉੱਥੇ ਹੋਵੇ, ਜੋ ਤੁਸੀਂ ਬੋਲ ਰਹੇ ਹੋ ਉਹ ਤੁਹਾਡੇ ਕੰਨਾਂ ਵਿੱਚ ਆਵਾਜ਼ ਪੈਂਦੀ ਹੋਵੇ। ਤੇ ਜਦੋਂ ਆਪਾਂ ਜੀ
ਅਖੰਡ ਪਾਠ ਵਗੈਰਾ ਇਸ ਤਰ੍ਹਾਂ ਕਰਵਾਉਂਦੇ ਆ, ਉਦੋਂ ਆਪਾਂ ਨੂੰ ਚਾਹੀਦਾ ਬਹਿ ਕੇ ਸੁਣਿਆ ਕਰੀਏ। ਜੇ ਉਹ ਨਾ ਸੁਣੇ ਕੋਈ ਬੰਦਾ, ਤੁਸੀਂ ਹੋਵੋ, ਚਲੋ ਤੁਹਾਡੇ 'ਚੋਂ ਕੋਈ ਵੀ ਆਦਮੀ ਹੋਵੇ, ਉਹਨੂੰ ਆਖੀਏ ਵੀ ਤੂੰ ਇੱਥੇ ਬਹਿ ਕੇ ਬੋਲੀ ਜਾ ਤੇ ਆਪਾਂ ਸਾਰੇ ਉੱਠ ਕੇ ਚਲੇ ਜਾਈਏ, ਉਹਨੂੰ ਕਿਵੇਂ ਲੱਗੇਗਾ? ਉਹ ਬੰਦਾ ਕੀ ਗੱਲਾਂ ਕਰੇਗਾ? ਉਹ ਬਚਨ ਬੋਲੇਗਾ? ਫਿਰ ਨਹੀਂ ਬੋਲੇਗਾ, ਚੁੱਪ ਕਰਕੇ ਉੱਠ ਕੇ ਚਲਾ ਜਾਏਗਾ ਵੀ ਜੇ ਤੁਸੀਂ ਮੈਨੂੰ ਸੁਣਨਾ ਨਹੀਂ ਤੇ ਬੋਲਣ ਲਈ ਕਿਉਂ ਮੈਨੂੰ ਬਿਠਾ ਦਿੱਤਾ ਹੈ? ਅਸੀਂ ਇੱਕ ਆਮ ਸਧਾਰਨ ਬੰਦੇ ਜਿੰਨੀ ਵੀ ਗੁਰੂ ਜੀ ਦੀ ਕਦਰ ਨਹੀਂ ਕਰ ਰਹੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਤੁਹਾਨੂੰ, ਗੁਰੂ ਜੀ ਦਾ ਸਨਮਾਨ ਕਰੀਏ। ਉਹ ਬੋਲਦੇ ਹੋਣ ਤੇ ਅਸੀਂ ਸਾਰੇ ਹੀ ਉੱਠ ਕੇ ਚਲੇ ਜਾਈਏ, ਕੀ ਇਹ ਗੁਰੂ ਜੀ ਦਾ ਸਨਮਾਨ ਹੈ? ਇਹੋ ਜਿਹੇ ਬਚਨ ਆਪਾਂ ਜੀ ਸੋਚਣੇ ਨੇ, ਆਪਾਂ ਸਮਝਣੇ ਨੇ, ਔਰ ਆਪਾਂ ਇਹਨਾਂ ਵੱਲ ਧਿਆਨ ਦੇਣਾ। ਇਹ ਜ਼ਰੂਰੀ ਨੇ ਗੱਲਾਂ ਸਿੱਖਣੀਆਂ। ਸਾਧ ਸੰਗਤ ਵਿੱਚ ਆਉਣਾ, ਮੱਥਾ ਟੇਕਣਾ, ਲੰਗਰ ਛਕ ਕੇ ਚਲੇ ਜਾਣਾ, ਇਹ ਤੇ ਕਦੀ ਵੀ ਕੀਤਾ ਜਾ ਸਕਦਾ ਹੈ, ਮਾੜਾ ਨਹੀਂ, ਉਹ ਵੀ ਚੰਗਾ ਹੈ। ਲੇਕਿਨ ਸਾਧ ਸੰਗਤ ਦਾ ਮਤਲਬ ਇਹ ਆ ਜੀ ਕਿ ਅਸੀਂ ਇੱਥੇ ਬਹਿ ਕੇ ਗੁਰੂ ਜੀ ਦਾ ਬਚਨ ਸੁਣਨਾ ਹੈ। ਸੋ ਇੱਕ ਤੇ ਅਸੀਂ ਪਾਠ ਕਰਨਾ ਹੈ ਤੇ ਗੁਰੂ ਜੀ ਦੇ ਬਚਨਾਂ ਵੱਲ ਧਿਆਨ ਦੇਣਾ ਹੈ, ਕੰਨ ਦੇ ਕੇ ਗੱਲ ਸੁਣਨੀ ਹੈ। ਦੂਸਰਾ, ਹੁਣੇ ਭਾਈ ਸਾਹਿਬ ਜੀ ਹੋਰਾਂ ਨੇ ਕੀਰਤਨ ਕਰਨਾ ਹੈ। ਗੁਰੂ ਜੀ ਨੇ ਲਿਖਿਆ, ਸੁਣ ਕੀਰਤਨ ਸਾਧ ਪੈ ਜਾਏ। ਸਾਧ ਪੈ ਜਾਏ ਦਾ ਮਤਲਬ ਅੱਜ ਕੱਲ੍ਹ ਆਪਾਂ ਲੈਂਦੇ ਹਾਂ ਸਾਧ ਸੰਗਤ ਵਿੱਚ ਜਾ ਕੇ, ਸਾਧੂਆਂ ਦੀ ਸੰਗਤ ਵਿੱਚ ਜਾ ਕੇ ਭਾਈ ਕੀਰਤਨ ਸੁਣਿਆ ਕਰੋ। ਅਸੀਂ ਕਈ ਵਾਰੀ ਆਖਦੇ ਸਾਨੂੰ ਕੀਰਤਨ ਦੀ ਸਮਝ ਨਹੀਂ ਆਉਂਦੀ। ਵੈਸੇ ਅੱਜ ਕੱਲ੍ਹ ਬੜਾ ਸੋਹਣਾ ਸਾਡੇ ਕੋਲ ਸਾਧਨ ਨੇ, ਤੇ ਮੈਂ ਵੀਰ ਜੀ ਹੋਰਾਂ ਦਾ ਬਹੁਤ ਸਤਿਕਾਰ ਕਰਦਾ, ਜਿਹੜੇ ਸਾਨੂੰ ਇਹ ਗੁਰਬਾਣੀ ਦੇ ਨਾਲ ਜੋੜੀ ਰੱਖਦੇ ਨੇ ਉਹਨਾਂ ਚਿਰ ਜਿੰਨਾ ਚਿਰ ਕੀਰਤਨ ਹੁੰਦਾ ਰਹਿੰਦਾ ਹੈ। ਇੰਗਲਿਸ਼ ਵਿੱਚ ਥੱਲੇ ਅਰਥ ਵੀ ਆਉਂਦੇ ਰਹਿੰਦੇ ਨੇ, ਆਪਾਂ ਕੁਝ ਨਾ ਕੁਝ ਉਹ ਤੋਂ ਸਮਝਦੇ ਹਾਂ ਤੇ ਫਿਰ ਸਾਡਾ ਮਨ ਉੱਥੇ ਲੱਗਾ ਰਹਿੰਦਾ ਹੈ। ਸੋ ਕੀਰਤਨ ਨੂੰ ਸੁਣਨਾ, ਸਮਝ ਆਵੇ ਜਾਂ ਨਾ ਸਮਝ ਆਵੇ, ਆਪਣਾ ਪੂਰਾ ਧਿਆਨ ਉਹਦੇ ਵਿੱਚ ਲਾਉਣਾ। ਜਿਹੜੇ ਨਾ ਜੀ ਗੁਰੂ ਜੀ ਦੇ ਬਚਨ ਨੇ, ਇਹ ਜ਼ਰੂਰੀ ਨਹੀਂ ਸਮਝ ਆ ਕੇ ਸਾਡੇ ਤੇ ਅਸਰ ਕਰਨਗੇ, ਇਹ ਬਿਨਾਂ ਸਮਝ ਆਇਆ ਵੀ ਅਸਰ ਕਰਦੇ ਜੇ। ਤੁਸੀਂ ਸਮਝਦੇ ਹੋਵੋਗੇ ਕਈ ਵਾਰੀ ਨਾ, ਤੁਸੀਂ ਕਿਸੇ ਇਹੋ ਜਿਹੇ ਆਦਮੀ ਕੋਲ ਚਲੇ ਜਾਓ ਜਿਹੜਾ ਆਦਮੀ ਬੜਾ ਸ਼ੁਭ ਕਰਮਾਂ ਦਾ ਧਾਰਨੀ ਹੋਵੇ, ਨੇਕ ਖਿਆਲਾਂ ਵਾਲਾ ਹੋਵੇ, ਭਜਨ ਬੰਦਗੀ ਵਾਲਾ ਹੋਵੇ, ਉਹ ਆਪਣੇ ਜੀਵਨ 'ਚ ਕਦੀ ਕੁਛ ਮਾੜਾ ਉਹਨੇ ਨਾ ਕੀਤਾ ਹੋਵੇ, ਉਹਦੇ ਕੋਲ ਚਲੇ ਜਾਓ, ਉਹ ਬਿਲਕੁਲ ਚੁੱਪ ਕਰਕੇ ਬੈਠਾ ਹੋਵੇ, ਉਹਦੇ ਚੁੱਪ ਕਰਕੇ ਬੈਠੇ ਰਹਿਣ ਦਾ ਅਸਰ ਵੀ ਸਾਡੇ ਤੇ ਹੁੰਦਾ। ਇਹ ਵਿਗਿਆਨੀ ਲੋਕ ਮੰਨਦੇ ਨੇ ਜੀ, ਸਾਡੇ ਹਰ ਸਰੀਰ ਵਿੱਚੋਂ ਕੁਝ ਤਰੰਗਾਂ ਨਿਕਲਦੀਆਂ ਨੇ, ਉਹ ਕਾਫੀ ਦੂਰ ਤੱਕ ਅਸਰ ਪਾਉਂਦੀਆਂ ਨੇ। ਵੈਸੇ ਮੈਂ ਇੱਕ ਵਾਰੀ ਪੜ੍ਹਿਆ ਸੀ, ਜਿੱਥੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਬੈਠਾ ਹੋਵੇ ਨਾ ਜੀ, ਬ੍ਰਹਮ ਗਿਆਨੀ ਮਹਾਂਪੁਰਸ਼ ਜਿਵੇਂ ਦੇ ਗੁਰੂ ਨਾਨਕ ਸਾਹਿਬ ਸਨ, ਜਿੱਥੇ ਉਹ ਬੈਠੇ ਨੇ ਉਸ ਤੋਂ ਲਗਭਗ 3 ਮੀਲ ਦਾ ਏਰੀਆ ਉਹਨਾਂ ਦੇ ਸਰੀਰ ਦੀਆਂ ਤਰੰਗਾਂ ਤੋਂ ਪ੍ਰਭਾਵਿਤ ਹੁੰਦਾ ਹੈ। ਲਗਭਗ 3 ਮੀਲ ਦਾ ਏਰੀਆ, ਮਤਲਬ ਇੰਨੀਆਂ ਜ਼ਬਰਦਸਤ ਤਰੰਗਾਂ ਉਹਨਾਂ ਦੇ ਸਰੀਰ ਵਿੱਚੋਂ ਨਿਕਲਦੀਆਂ ਨੇ, ਜਿਹੜੀਆਂ ਸਾਡੇ ਮਨਾਂ ਉੱਤੇ ਪ੍ਰਭਾਵ ਪਾਉਂਦੀਆਂ ਨੇ। ਗੁਰੂ ਜੀ ਦਾ ਬਚਨ ਸਮਝ ਆਵੇ ਨਾ ਆਵੇ, ਤੁਸੀਂ ਧਿਆਨ ਦੇ ਕੇ ਸੁਣੀ ਜਾਓ, ਉਹ ਜ਼ਰੂਰ ਅਸਰ ਕਰੇਗਾ, ਹਰ ਹਾਲਤ ਵਿੱਚ ਕਰੇਗਾ। ਗੁਰੂ ਜੀ ਦੇ ਬਚਨ ਅੰਮ੍ਰਿਤਮਈ ਬਚਨ ਨੇ। ਇਹ ਅੰਮ੍ਰਿਤ ਬਚਨ ਸਾਧ ਕੀ ਬਾਣੀ, ਇਹ ਸਾਧੂਆਂ ਦੇ ਮਹਾਂਪੁਰਸ਼ਾਂ ਦੇ ਅੰਮ੍ਰਿਤ ਬਚਨ ਨੇ। ਇਹਨਾਂ ਨੇ ਜਿਵੇਂ ਸਾਡੇ ਕੰਨਾਂ ਤੋਂ ਟਕਰਾ ਕੇ ਅੰਦਰ ਉਤਰਨਾ ਨਾ ਜੀ, ਇਹਨੇ ਅੰਮ੍ਰਿਤਮਈ ਅਸਰ ਕਰਨਾ ਸਾਡੇ ਸਰੀਰ ਦੇ ਅੰਦਰ। ਇਸ ਲਈ ਕੀਰਤਨ ਸੁਣਨਾ। ਤੀਜੇ ਨੰਬਰ ਤੇ ਗੁਰੂ ਜੀ ਨੇ ਆਖਿਆ, ਸੁਣ ਹਰ ਕਥਾ ਉਤਾਰੀ ਮੈਲ। ਤੀਜੇ ਨੰਬਰ ਤੇ ਅਸੀਂ ਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਸੁਣਨੀ ਹੈ। ਤੇ ਮੈਂ ਕਈ ਵਾਰੀ ਤੁਹਾਡੇ ਨਾਲ ਬਚਨ ਤੇ ਕੀਤਾ ਹੀ ਹੈ, ਮੈਂ ਅੱਜ ਫੇਰ ਕਰ ਦੇਣਾ ਕਿ ਕਈ ਵਾਰੀ ਨਾ ਸਾਨੂੰ ਇੱਥੇ ਬਹਿ ਕੇ ਤੇ ਉਹ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਜਿਨ੍ਹਾਂ ਕਹਾਣੀਆਂ ਦਾ ਕੋਈ ਵੀ ਸਿਰ ਪੈਰ ਨਹੀਂ ਹੁੰਦਾ। ਅਮਰ ਕਥਾ ਹੋ ਰਹੀ ਹੈ ਜੀ, ਸ਼ਿਵ ਜੀ ਬੈਠੇ ਨੇ, ਪਾਰਬਤੀ ਇੱਧਰ ਬੈਠੀ ਏ, ਉਹ ਕਹਿੰਦੀ ਮੈਨੂੰ ਅਮਰ ਕਥਾ ਸੁਣਾ। ਸ਼ਿਵ ਜੀ ਕਹਿੰਦੇ ਨੇ ਤੂੰ ਸੌਂ ਜਾਣਾ, ਸੁਣਾਵਾਂ ਕਿਹਨੂੰ? ਉਹ ਕਹਿੰਦੀ ਮੈਂ ਨਹੀਂ ਸੌਂਦੀ,
ਇਹ ਬਚਨ ਕਰਕੇ ਜੀ ਉਹਨੇ ਕਥਾ ਸ਼ੁਰੂ ਕੀਤੀ, ਅਮਰ ਕਥਾ। ਲੇਕਿਨ ਸੁਣਦੀ ਸੁਣਦੀ ਫਿਰ ਸੌਂ ਗਈ। ਉਹ ਬਚਨ ਕਰਕੇ ਬੈਠੀ ਸੀ ਵੀ ਨਹੀਂ ਸੌਂਦੀ, ਫਿਰ ਸੌਂ ਗਈ। ਰੁੱਖ ਤੇ ਤੋਤਾ ਬੈਠਾ ਸੀ। ਪਹਿਲਾਂ ਉਹ ਸ਼ਿਵ ਦੇ ਘਰ ਵਾਲੀ ਪਾਰਵਤੀ ਜੀ, ਪਾਰਵਤੀ ਹੰਗੂਰਾ ਭਰਦੀ ਸੀ ਤੇ ਉਹ ਜਿਵੇਂ ਸੌਂ ਗਈ ਉਹ ਤੋਤਾ ਹੰਗੂਰਾ ਭਰਨ ਲੱਗ ਪਿਆ, ਹੂੰ ਹਾਂ ਕਰੀ ਗਿਆ। ਵੀ ਸ਼ਿਵ ਜੀ ਨੂੰ ਇੰਨਾ ਵੀ ਨਹੀਂ ਪਤਾ ਲੱਗਾ ਵੀ ਪਾਰਵਤੀ ਸੌਂ ਗਈ ਹੈ ਤੇ ਹੰਗੂਰਾ ਤੋਤਾ ਭਰਦਾ। ਉਹਨੂੰ ਤੋਤੇ ਤੇ ਪਾਰਵਤੀ ਦੀ ਆਵਾਜ਼ ਵਿੱਚ ਫਰਕ ਕੀ ਹੈ ਪਤਾ ਹੀ ਨਹੀਂ ਲੱਗਾ। ਉਹਨੇ ਪੂਰੀ ਕਥਾ ਕਰ ਲਈ ਆਪਣੀ ਤੇ ਉੱਠ ਕੇ ਵੇਖਿਆ ਉਹ ਸੁੱਤੀ ਪਈ ਹੈ ਤੇ ਵੇਖਿਆ ਵੀ ਉਹ ਤੇ ਤੋਤਾ ਹੰਗੂਰਾ ਭਰਦਾ ਰਿਹਾ, ਉਹਨੂੰ ਮਾਰਨ ਦੌੜ ਪਿਆ। ਮਤਲਬ ਇਹੋ ਜਿਹੀਆਂ ਕਥਾ ਸੁਣਾਈਆਂ ਗਈਆਂ ਸਨ। ਉਹ ਸ਼ਿਵ ਜੀ ਤੋਂ ਡਰਦਾ ਹੋਇਆ ਭੱਜ ਕੇ, ਉਹ ਇੱਕ ਰਿਸ਼ੀ ਸਨ ਮਹਾਂਪੁਰਸ਼, ਉਹਨਾਂ ਦੀ ਘਰਵਾਲੀ ਦੇ ਉਦਰ ਵਿੱਚ ਚਲਾ ਗਿਆ। 12 ਵਰ੍ਹੇ ਅੰਦਰ ਹੀ ਬੈਠਾ ਰਿਹਾ। ਆਹ ਕਥਾ ਜੀ ਸਾਨੂੰ ਸੁਣਾਈਆਂ ਗਈਆਂ। ਇਹਨਾਂ ਕਥਾ ਕਹਾਣੀਆਂ ਨੂੰ ਸੁਣਨ ਦੀ ਕੋਈ ਜ਼ਰੂਰਤ ਨਹੀਂ, ਇਹਨਾਂ ਚੋਂ ਕੁਛ ਨਹੀਂ ਨਿਕਲਦਾ। ਇਹ ਕੇਵਲ ਕੰਨ ਰਾਸੇ, ਇਹ ਸੱਚਾਈ ਕਿਸੇ ਤਰ੍ਹਾਂ ਵੀ ਨਹੀਂ ਹੈਗੀ। ਸੱਚੀ ਇਹ ਅੰਮ੍ਰਿਤ ਬਾਣੀ ਗੁਰੂ ਜੀ ਦੀ, ਆਪਾਂ ਇਸ ਨੂੰ ਸੁਣਨਾ ਹੈ, ਇਸ ਦੀ ਕਥਾ ਸੁਣਨੀ। ਇਸ ਨੂੰ ਅਕਥ ਕਥਾ ਗੁਰੂ ਜੀ ਨੇ ਆਖਿਆ, ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ। ਇਸ ਬਾਣੀ ਦੀ ਅਕਥ ਕਹਾਣੀ ਨੂੰ ਆਪਾਂ ਕਰਨਾ ਹੈ ਤੇ ਉਸ ਨੂੰ ਸੁਣਨਾ ਹੈ। ਇਹ ਤੀਸਰੇ ਨੰਬਰ ਤੇ ਅਸੀਂ ਕਥਾ ਸੁਣਨੀ ਹੈ। ਜਿਵੇਂ ਜਿਵੇਂ ਸੁਣਾਂਗੇ ਤਿਵੇਂ ਤਿਵੇਂ ਸਾਡੇ ਅੰਦਰ ਦੀ ਮੈਲ ਜਿਹੜੀ ਉਹ ਉਤਰਦੀ ਜਾਣੀ ਹੈ, ਵਿਕਾਰਾਂ ਦੀ ਮੈਲ ਲੱਥ ਜਾਣੀ ਹੈ। ਜਿਵੇਂ ਜਿਵੇਂ ਗੁਰੂ ਦਾ ਸ਼ਬਦ ਅੰਦਰ ਜਾਏਗਾ, ਇਹ ਮੈਲ ਉਬਲ ਕੇ ਬਾਹਰ ਨਿਕਲੇਗੀ, ਵਿਕਾਰਾਂ ਦੀ ਨਿਕਲ ਜਾਣੀ ਹੈ ਸਾਰੀ। ਜੇ ਆਪਾਂ ਧਿਆਨ ਨਾਲ ਸੁਣਦੇ ਰਹੇ ਤੇ ਨਿਕਲ ਜਾਏਗੀ। ਚੌਥੀ ਗੱਲ ਅਸਾਂ ਕੀ ਸੁਣਨੀ ਹੈ, ਸੁਖ ਮਨ ਕੈ ਘਰ ਰਾਗ ਸੁਣ। ਇੱਥੇ ਰਾਗ ਇਹ ਨਹੀਂ ਜਿਹੜਾ ਬਾਹਰ ਸਾਜ਼ਾਂ ਨਾਲ ਵਜਾ ਕੇ ਗਾਇਆ ਜਾਂਦਾ ਹੈ। ਇੱਥੇ ਅੰਦਰਲੇ ਰਾਗ ਦੀ ਗੱਲ ਹੈ ਜੀ। ਸੁਖ ਮਨ ਕੈ ਘਰ, ਸੁਸ਼ਮਨਾ ਨਾੜੀ ਵਿੱਚ, ਕੈ ਘਰ ਰਾਗ ਸੁਨ, ਸੁਨ ਮੰਡਲ ਲਿਵ ਲਾਏ। ਅਫੁਰ ਅਵਸਥਾ ਵਿੱਚ ਆਪਣੀ ਸੁਰਤ ਨੂੰ ਟਿਕਾਉਣਾ ਹੈ। ਬਸ ਇੱਥੇ ਬੈਠੇ ਬੈਠੇ ਕਥਾ ਸੁਣੋ, ਕੀਰਤਨ ਸੁਣੋ, ਮਨ ਵਿੱਚ ਫੁਰਨੇ ਆਉਣ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ, ਕਿਉਂਕਿ ਸਾਡੇ ਬਲ ਨਾਲੋਂ ਰੁਕਣ ਵਾਲੇ ਨਹੀਂ ਹਨ। ਸਾਡੀ ਪਾਇਆ ਨਹੀਂ ਹੈ ਕਿ ਅਸੀਂ ਆਪਣੇ ਮਨ ਨੂੰ ਚੁੱਪ ਕਰਾ ਸਕੀਏ। ਮਨ ਨੂੰ ਚੁੱਪ ਕਰਾ ਸਕਦੀ ਹੈ ਗੁਰੂ ਜੀ ਦੀ ਅੰਮ੍ਰਿਤ ਬਾਣੀ ਜਾਂ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਤਾਪ। ਇਹ ਸਾਡੇ ਮਨ ਨੂੰ ਸ਼ਾਂਤ ਕਰ ਸਕਦਾ ਹੈ। ਸੋ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਹੈ ਕਿ ਸਾਡੇ ਮਨ ਦੇ ਫੁਰਨਿਆਂ ਨੂੰ ਕਿਰਪਾ ਕਰਕੇ ਰੋਕੋ ਜੀ। ਅਸੀਂ ਕੀਰਤਨ ਸੁਣਨਾ ਚਾਹ ਰਹੇ ਹਾਂ, ਅਸੀਂ ਗੁਰਬਾਣੀ ਦਾ ਪਾਠ ਸੁਣਨਾ ਚਾਹ ਰਹੇ ਹਾਂ, ਅਸੀਂ ਗੁਰਬਾਣੀ ਦੀ ਕਥਾ ਸੁਣਨਾ ਚਾਹੁੰਦੇ ਹਾਂ ਤੇ ਸਾਡੇ ਫੁਰਨੇ ਸਾਨੂੰ ਸੁਣਨ ਨਹੀਂ ਦਿੰਦੇ। ਇਸੇ ਕਰਕੇ ਜੀ ਉਹਨਾਂ ਵਿਗਿਆਨੀਆਂ ਨੇ ਆਖਿਆ ਕਿ ਅਸੀਂ 4-5% ਸੁਣਨੇ ਆ, 90-95 ਐਵੇਂ ਚਲਾ ਜਾਂਦਾ ਹੈ। ਉਹ ਇਸ ਕਰਕੇ ਜਾਂਦਾ ਜੇ ਸਾਡੇ ਫੁਰਨਿਆਂ ਦੇ ਕਾਰਨ। ਅਸੀਂ ਆਪਣੇ ਫੁਰਨਿਆਂ ਵਿੱਚ ਖੋ ਜਾਂਦੇ ਹਾਂ, ਬੋਲਿਆ ਕੀ ਗਿਆ ਉਹ ਸਾਨੂੰ ਪਤਾ ਹੀ ਨਹੀਂ ਰਹਿ ਜਾਂਦਾ। ਤੇ ਫੁਰਨੇ ਕਿਹੜੇ ਨੇ ਜੀ? ਉਹ ਵੀ ਸਿਆਣਿਆਂ ਲੋਕਾਂ ਦਾ ਕਥਨ ਹੈ, ਕੋਈ ਹਜ਼ਾਰਾਂ ਨਹੀਂ ਹੁੰਦੇ, 5-4 ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਾਰਾ ਦਿਨ ਰਿਪੀਟ ਕਰਦੇ ਰਹਿੰਦੇ ਅੰਦਰ ਹੀ ਅੰਦਰ। ਬਸ ਹੋਰ ਕੁਝ ਵੀ ਨਹੀਂ ਹੁੰਦਾ। ਉਹ 5-4 ਗੱਲਾਂ ਘਰ ਵਾਲੀ ਨੇ ਸਵੇਰੇ ਉੱਠਦੇ ਕੁਛ ਆਖਤਾ ਸੀ, ਬਸ ਉਹਦੇ ਤੇ ਸਾਰਾ ਦਿਨ ਲੰਘ ਜਾਂਦਾ ਸਾਡਾ। ਜਾਂ ਇਸ ਤਰ੍ਹਾਂ ਹੀ ਹੋਰ ਕੋਈ ਗੱਲ ਲੈ ਲਓ, ਘਰ ਬਾਹਰ ਕੰਮ ਤੇ ਚਲੇ ਗਏ ਸਾਂ, ਉੱਥੇ ਬਾਸ ਨੇ ਕੁਝ ਕਹਿ ਦਿੱਤਾ, ਜਾਂਦਿਆਂ ਸਾਰੀ ਮੂਡ ਖਰਾਬ ਹੋ ਗਿਆ। ਉਹੋ ਹੀ ਗੱਲ ਸਾਰਾ ਦਿਨ ਅੰਦਰ ਘੁੰਮਦੀ ਰਹਿੰਦੀ ਹੈ। ਬਸ ਇੰਨੀ ਕਿਤੇ ਗੱਲ, ਇਹਨੂੰ ਰੋਕਣਾ ਹੈ ਵੀ ਚੱਲ ਆਖਿਆ ਗਿਆ ਛੱਡੋ, ਅੱਗੇ ਤੁਰੋ। ਤੇ ਅੱਗੇ ਕਿੱਥੇ ਜਾਣਾ ਹੈ? ਸੁਖ ਮਨ ਕੈ ਘਰ ਰਾਗ ਸੁਣ। ਆਪਣੀ ਸੁਰਤ ਨੂੰ ਟਿਕਾਉਣਾ ਜੀ। ਅੰਮ੍ਰਿਤ ਵੇਲੇ ਤੁਸੀਂ ਅੱਜ ਹੀ ਤਜਰਬਾ ਕਰਨਾ, ਥੋੜਾ ਜਿਹਾ ਕਰਿਆ ਕਰੋ। ਵੇਖੋ ਮੈਂ ਬੋਲ ਕੇ ਚਲਾ ਜਾਂ, ਤੁਸੀਂ ਸੁਣ ਕੇ ਚਲੇ ਜਾਓ ਤੇ ਬਹੁਤਾ ਲਾਭ ਆਪਾਂ ਨੂੰ ਨਹੀਂ ਹੋਣਾ। ਸਵੇਰੇ ਉੱਠ ਕੇ ਤਜਰਬਾ ਕਰਨਾ, ਇਕਾਂਤ ਹੋਵੇ, ਤੁਹਾਡੇ ਕਮਰੇ 'ਚ ਕੋਈ ਸ਼ੋਰ ਨਾ ਹੋਵੇ ਤੇ ਬਿਲਕੁਲ ਤਵੱਜੋ ਆਪਣੇ ਕੰਨਾਂ ਵੱਲ ਦੇਣਾ, ਪੂਰਾ ਧਿਆਨ ਆਪਣੇ ਕੰਨਾਂ ਵੱਲ ਦੇਣਾ। ਤੇ ਤੁਸੀਂ ਵੇਖੋਗੇ ਕੰਨਾਂ ਵਿੱਚ ਕੁਝ ਹੁੰਦਾ ਹੈ, ਕੁਝ ਹੁੰਦਾ ਹੈ
ਉਹ ਤੁਸੀਂ ਆਪ ਵੇਖੋਗੇ, ਮੈਂ ਕੀ ਦੱਸਣਾ ਹੈ। ਹੌਲੀ ਹੌਲੀ ਉਹਦੇ ਵੱਲ ਧਿਆਨ ਬਣਾਈ ਰੱਖਣਾ, ਤੇ ਰੋਜ਼ ਦਾ 5-4 ਮਿੰਟ 7 ਮਿੰਟ ਇਸ ਤਰ੍ਹਾਂ ਧਿਆਨ ਬਣਾਉਣ ਦੀ ਕੋਸ਼ਿਸ਼ ਕਰੋ, ਤੇ ਫਿਰ ਤੁਸੀਂ ਸੁਖਮਨ ਕੈ ਘਰ ਰਾਗ ਸੁਣਨ ਲੱਗ ਪਵੋਗੇ। ਸੋ ਅੱਜ ਦੀ ਮੈਂ ਗੱਲ ਇੱਥੇ ਸਮਾਪਤ ਕਰ ਦਿੰਦਾ ਜੀ, ਸਮਾਂ ਹੋ ਗਿਆ ਹੈ। ਆਪਾਂ ਐਤਵਾਰ ਨੂੰ ਇਹ ਗੱਲ ਕਰਨੀ ਹੈ ਵੀ ਸੁਣਨ ਦੇ ਲਾਭ ਕੀ ਨੇ। ਸੁਣਨ ਦੇ ਲਾਭਾਂ ਦੀ ਗੱਲ ਕਰਕੇ ਫਿਰ ਅਗਲਾ ਸਿਧਾਂਤ ਆਪਾਂ ਲੈਣਾ ਹੈ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ, ਮੰਨਣ ਦਾ। ਕੇਵਲ ਸੁਣਨਾ ਹੀ ਕਾਫੀ ਨਹੀਂ ਵੀ ਕਥਾ ਸੁਣ ਲਈ, ਕੀਰਤਨ ਸੁਣ ਲਿਆ, ਪਾਠ ਸੁਣ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਸੁਣਨ ਤੋਂ ਬਾਅਦ ਮੰਨਣ ਦੀ ਗੱਲ ਕੀਤੀ ਹੈ, ਤੇ ਆਪਾਂ ਸੁਣਨ ਤੋਂ ਬਾਅਦ ਨਾ ਜੀ ਫਿਰ ਮੰਨਣ ਦੀ ਗੱਲ ਤੇ ਐਤਵਾਰ ਨੂੰ ਆਪਾਂ ਵਿਚਾਰ ਕਰਾਂਗੇ। ਗੁਰੂ ਮਹਾਰਾਜ ਮਿਹਰ ਕਰੇ, ਮੇਰੀਆਂ ਭੁੱਲਾਂ ਵੀ ਮੈਨੂੰ ਬਖਸ਼ੇ, ਤੇ ਸਾਨੂੰ ਸਾਰਿਆਂ ਨੂੰ ਆਪਣੀ ਅੰਮ੍ਰਿਤਮਈ ਬਾਣੀ ਸੁਣਨ ਦਾ, ਸਮਝਣ ਦਾ ਤੇ ਉਸ ਨੂੰ ਮੰਨਣ ਦਾ ਬਲ ਦੇਵੇ, ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਗੁਰੂ ਜੀ ਦੇ ਅੰਮ੍ਰਿਤ ਬੋਲ ਸੁਣ ਕੇ, ਸਮਝ ਕੇ, ਉਹਨਾਂ ਨੂੰ ਜੀਵਨ ਵਿੱਚ ਅਪਣਾ ਕੇ ਆਪਣਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣਾ ਸਕੀਏ। ਅੱਜ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।